ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। जुड़ चुके ने जॉल साहब, अ वेरी गुड मॉर्निंग जी, सत श्री अकाल। हाँ जी, सत श्री अकाल अर्श, बहुत बहुत धन्यवाद अपने सारे श्रोता दर्शकों ਨੂੰ ਜੀ। एक 5G मुल्क दे विच 5G जहाज डर गए, ये तो हैरानी वाली गल है जी। जो भारत दे विच जो टैलीकम्यूनिकेशन कंपनीज ने वो काफ़ी स्ट्रोंग ने, तो एक 5G ਦੇ ਕਰਕੇ ਕੱਲ ਖਬਰ ਆਈ ਸੀ ਕਿ 에ਅਰ ਇੰਡੀਆ ਕੁਛ ਤਕਨੀਕੀ ਇੰਟਰਪਸ਼ਨਸ ਦੇ ਨਾਲ 5G ਕਰਕੇ ਉਹਨਾਂ ਨੂੰ ਦਿੱਲੀ ਟੂ USA ਦੀਆਂ ਫਲਾਈਟਾਂ ਬੰਦ ਕਰਨੀ ਪਈਆਂ। ਪਰੰਤੂ ਅੱਜ ਬੋਇੰਗ ਅਤੇ FDA ਨੇ ਅਪਰੂਵਲ ਦਿੱਤੀ ਕਿ 에ਅਰ ਇੰਡੀਆ ਰਿਜ਼ਿਊਮ ਕਰ ਸਕਦੀ ਹੈ ਦਿੱਲੀ ਟੂ US ਦੀ ਫਲਾਈਟਾਂ। ਐਂਡ ਕਾਫੀ ਕੈਂਸਲੇਸ਼ਨ ਹੋਈਆਂ ਸੀ ਜੀ ਕੱਲ ਦੇ 에ਅਰ ਇੰਡੀਆ ਦੀ ਫਲਾਈਟਾਂ ਨੂੰ ਲੈ ਕੇ। ਬਿਲਕੁਲ ਅਰਸ਼, ਇਹਨਾਂ ਜਿਹੜੀ ਸ਼ੁਰੂਆਤ ਵੈਸੇ ਜਿਹੜੀ ਦੁਬਈ ਤੋਂ ਕਹਿ ਲਓ UAE ਤੋਂ ਉਹਨਾਂ ਦੀ ਏਅਰਲਾਈਨ ਆ ਐਮੀਰੇਟਸ, ਉਹਨਾਂ ਨੇ ਕੀਤੀ ਸੀਗੀ। ਉਹਨਾਂ ਨੇ ਕੁਝ ਜਿਹੜੇ ਮੇਜਰ ਸਿਟੀਜ਼ ਆ ਆਪਣੀਆਂ ਫਲਾਈਟਾਂ ਜਿਹੜੀਆਂ ਜੀ ਉਹਨਾਂ ਨੇ ਸਾਰੀਆਂ ਤਾਂ ਨਹੀਂ ਸੀ ਬੰਦ ਕੀਤੀਆਂ, ਪਰ ਕੁਝ ਕੈਂਸਲ ਕੀਤੀਆਂ ਸੀਗੀਆਂ। ਪਰ ਏਅਰ ਇੰਡੀਆ ਨੇ ਕੱਲ ਆਲ ਆਫ ਸਡਨ ਜਿਹੜੀ ਆ ਫਿਰ ਅਨਾਊਂਸਮੈਂਟ ਇਹ ਲੈਣ ਦੀ ਸੀਗੀ ਕਿ ਅਸੀਂ ਨਿਊਯਾਰਕ ਨੂੰ ਵੀ, ਨਿਊਯਾਰਕ ਨੂੰ ਵੀ, ਸ਼ਿਕਾਗੋ ਨੂੰ ਵੀ, ਸੈਨ ਫਰਾਂਸਿਸਕੋ ਨੂੰ ਵੀ, ਸੋ ਜਿਹੜੇ ਰੂਟਸ ਹੈਗੇ ਡਾਇਰੈਕਟ ਫਲਾਈਟਸ ਦਿੱਲੀ ਤੋਂ ਚੱਲਦੀਆਂ ਜੀ, ਉਹ ਅਨਟਿਲ ਫਰਦਰ ਨੋਟਿਸ ਕੈਂਸਲ ਕਰ ਰਹੇ ਆ। ਪਰ ਲੇਕਿਨ ਕਿ ਇਨ ਬਿਟਵੀਨ ਫਿਰ ਬੜੀ ਤੇਜ਼ੀ ਨਾਲ ਇਹ ਘਟਨਾਵਾਂ ਵਾਪਰੀਆਂ, ਕਿਉਂਕਿ ਅਮਰੀਕਾ ਦੇ ਵਿੱਚ ਇਹ 5G ਜਿਹੜਾ ਨੈਟਵਰਕ ਆ ਉਹ ਲਾਂਚ ਹੋ ਰਿਹਾ ਵੀ ਉਹਦੇ ਨਾਲ ਜੇ ਏਡਾ ਵੱਡਾ ਵਿਘਨ ਮਤਲਬ ਕਿ ਸਿਵਲ ਏਵੀਏਸ਼ਨ ਦੇ ਵਿੱਚ ਪਊਗਾ ਤੇ ਫਿਰ ਸਾਰੀ ਦੁਨੀਆ ਦੇ ਵਿੱਚ ਜਿਹੜਾ 5G ਆ ਉਹ ਪਿੱਟ ਕੇ ਰਹਿ ਜਾਣਾ ਸੀਗਾ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਉਹਨਾਂ ਨੇ ਸਾਰਾ ਟੋਟਲੀ ਰਿਵਿਊ ਕੀਤਾ FDA ਨੇ, ਤੇ ਉਹਨਾਂ ਨੇ ਜਿਹੜਾ ਜੀ ਗ੍ਰੀਨ ਲਾਈਟ ਏਅਰ ਇੰਡੀਆ ਨੂੰ ਦਿੱਤੀ ਆ। ਦੂਸਰਾ ਜਿਹੜੇ ਪਲੇਨਸ ਉਹਨਾਂ ਦੇ ਹੈਗੇ ਆ ਵੀ ਉਹ B777 ਯਾਨੀ ਕਿ B777 ਜਿਹੜਾ ਬੋਇੰਗ ਦੇ ਵੱਲੋਂ ਵੀ ਉਸ ਨੂੰ ਦੁਬਾਰਾ ਇੱਕ ਵਾਰੀ ਜਾਂਚ ਕੀਤੀ ਗਈ ਸਾਰਾ 5G ਦੇ ਨਾਲ ਕੰਪੇਅਰ ਕਰਕੇ ਉਸ ਟੈਕਨੀਕ ਦੇ ਨਾਲ। ਸੋ ਉਹਨਾਂ ਨੇ ਦੇਖਿਆ ਵੀ ਕਿਸੇ ਤਰ੍ਹਾਂ ਦੀ ਰੁਕਾਵਟ ਆ ਜਿਹੜੀ ਵੀ ਇਹ ਲੈਂਡਿੰਗ ਦੇ ਵੇਲੇ ਵੀ ਇਹ ਸਮਝਿਆ ਜਾਂਦਾ ਕਿ ਸ਼ਾਇਦ ਜਿਹੜੀਆਂ ਨਾ ਪਲੇਨਸ ਦੀਆਂ ਬ੍ਰੇਕਸ ਕੰਮ ਕਰਨੀਆਂ ਬੰਦ ਕਰ ਦੇਣਗੀਆਂ ਵੀ ਜੇ 5G ਦੇ ਏਰੀਆ ਦੇ ਵਿੱਚ ਪਲੇਨ ਜਦੋਂ ਐਂਟਰ ਕਰੂਗਾ ਜੀ। ਪਰ ਤਦੇ ਫਿਰ ਕਿਹਾ ਜਾ ਰਿਹਾ ਸੀਗਾ ਵੀ ਜਿਹੜਾ ਵੀ ਇਹ ਏਅਰਪੋਰਟਸ ਤੋਂ 5G ਦੀ ਜਿਹੜੀ ਅਪਰੋਚ ਆ ਉਹ 2 ਮੀਲ ਤੱਕ ਦੂਰ ਰੱਖੀ ਜਾਣੀ ਚਾਹੀਦੀਆਂ। ਪਰ ਇਹ ਹੁਣ ਇਹ ਬੋਇੰਗ ਨੇ ਵੀ ਏਅਰ ਇੰਡੀਆ ਨੂੰ ਸਪਸ਼ਟ ਕਰ ਦਿੱਤਾ ਵੀ ਜਿਹੜਾ ਇਹ B777 ਪਲੇਨ ਜਿਹੜਾ ਉਹ ਲੈ ਕੇ ਆਉਂਦੇ ਆ ਇੱਥੇ ਵੀ ਉਹਦੇ ਨਾਲ ਕੋਈ ਇੰਟਰਪਸ਼ਨ 5G ਦੀ ਇਸ ਤਰ੍ਹਾਂ ਦੀ ਨਹੀਂ ਹੈਗੀ। ਸੋ ਸੇਫ ਆ ਲੈਂਡ ਕਰਨਾ। ਸੋ ਤਦ ਕਰਕੇ ਜੀ ਵੀ ਅੱਜ ਫਿਰ ਇਹ ਅਨਾਊਂਸਮੈਂਟ ਏਅਰ ਇੰਡੀਆ ਦੀ ਦੁਬਾਰਾ ਆ ਗਈ ਆ ਤੇ ਉੱਥੋਂ ਦਿੱਲੀ ਤੋਂ ਨਿਊਯਾਰਕ ਨੂੰ ਫਲਾਈਟ ਜਿਹੜੀ ਆ ਜੀ ਆਲਰੇਡੀ ਔਨ ਦਾ ਵੇ ਹੈਗੀ ਆ। ਕੈਂਸਲੇਸ਼ਨ ਤੋਂ ਬਾਅਦ ਇਹ ਪਹਿਲੀ ਫਲਾਈਟ ਜਿਹੜੀ ਉਹਨਾਂ ਨੇ ਚਲਾਈ ਆ ਹੁਣ ਜੀ। ਇਸੇ ਤਰ੍ਹਾਂ ਹੀ ਮਤਲਬ ਫਿਰ ਨਿਊਯਾਰਕ ਨੂੰ ਵੀ JFK ਤੇ ਅੱਜ ਆ ਜਾਏਗੀ ਤੇ ਉਸ ਤੋਂ ਬਾਅਦ ਫਿਰ ਸ਼ਿਕਾਗੋ ਨੂੰ ਵੀ, ਸੈਨ ਫਰਾਂਸਿਸਕੋ ਜਿਹੜੀਆਂ ਮਤਲਬ ਉਹਨਾਂ ਨੇ ਕੱਲ ਕੈਂਸਲ ਕੀਤੀਆਂ ਸੀਗੀਆਂ ਇਹ ਫਲਾਈਟਾਂ ਅੱਜ ਦੁਬਾਰਾ ਸ਼ੁਰੂ ਹੋ ਜਾਣੀਆਂ। ਪਰ ਇਹਦੇ ਨਾਲ ਹੀ ਜਾਣੀ ਕਿ ਕੱਲ ਇੱਕ ਹੋਰ ਅਨਾਊਂਸਮੈਂਟ ਦੇ ਨਾਲ ਵੀ ਲੋਕ ਕਨਫਿਊਜ਼ ਹੋ ਗਏ ਸੀਗੇ, ਜਿਹੜੀ ਕਿ ਇਨ ਜਨਰਲ ਜਾਣੀ ਕਿ ਰੂਟੀਨ ਬਣੀ ਹੋਈ ਆ ਐਵਰੀ ਮੰਥ 20 ਮਾਰਚ 2020 ਤੋਂ ਬਾਅਦ ਜਦੋਂ ਕੋਵਿਡ ਆਇਆ ਸੀਗਾ। ਉਸ ਤੋਂ ਬਾਅਦ ਫਿਰ ਜਾਣੀ ਇਹਨਾਂ ਨੇ ਫਲਾਈਟਸ ਜਿਹੜੀਆਂ ਮਤਲਬ ਮਾਰਚ ਦੇ ਵਿੱਚ ਤੇ ਸਭ ਕੁਝ ਸਾਰੀ ਦੁਨੀਆ ਦੇ ਵਿੱਚ ਹੀ ਬੰਦ ਹੋ ਗਿਆ ਸੀਗਾ। ਉਸ ਵੇਲੇ ਫਿਰ ਜਾਣੀ ਜੁਲਾਈ ਦੇ ਵਿੱਚ ਕੁਝ ਬਬਲ ਕੰਟਰੀਜ਼ ਇਹਨਾਂ ਨੇ ਐਗਰੀਮੈਂਟ ਕੀਤੇ ਸੀਗੇ ਵੀ ਜਿਹੜੀਆਂ ਸਪੈਸ਼ਲ ਅਪਰੂਵਡ ਫਲਾਈਟਸ ਆ ਉਹ ਚੱਲ ਰਹੀਆਂ, ਇਨਕਲੂਡਿੰਗ ਕੈਨੇਡਾ ਵੀ 40 ਦੇਸ਼ਾਂ ਨੂੰ, ਤੇ ਉਹ ਫਲਾਈਟਾਂ ਜਿਹੜੀਆਂ ਵੀ ਜਾਣੀ ਕਿ ਵੀ ਆ ਜਾ ਰਹੀਆਂ। ਪਰ ਬਾਕੀ ਦੇ ਦੇਸ਼ਾਂ ਨੂੰ ਜਿਹੜੀਆਂ ਫਲਾਈਟਸ ਆ ਭਾਰਤ ਤੋਂ ਆਉਣ ਤੇ ਜਾਣ ਵਾਲੀਆਂ ਕਮਰਸ਼ੀਅਲ ਉਹ ਸਾਰੀਆਂ ਬੰਦ ਪਈਆਂ। ਉਹਦੇ ਬਾਰੇ ਫਿਰ ਹਰ ਮਹੀਨੇ ਇਹ ਐਕਸਟੈਂਡ ਕੀਤਾ ਜਾਂਦਾ ਬੈਨ, ਤੇ ਉਹ ਫਿਰ ਕੱਲ ਉਹਨਾਂ ਨੇ ਉਹ ਜਿਹੜਾ ਬੈਨ ਆ ਉਹ ਦੁਬਾਰਾ ਫਿਰ ਇੱਕ ਵਾਰੀ ਐਕਸਟੈਂਡ ਕੀਤਾ ਸੀਗਾ ਵੀ ਜਾਣੀ ਅੰਟਿਲ ਐਂਡ ਆਫ ਫੈਬਰਵਰੀ ਕੋਈ ਵੀ ਫਲਾਈਟ ਜਿਹੜੀ ਆ ਉਹ ਹੋਰ ਬਬਲ ਕੰਟਰੀਜ਼ ਤੋਂ ਬਿਨਾਂ ਉੱਥੇ ਇੰਡੀਆ 'ਚ ਨਹੀਂ ਆ ਜਾ ਸਕੂਗੀ ਹਾਲ ਦੀ ਘੜੀ ਕੋਵਿਡ ਦੀ ਸਿਚੁਏਸ਼ਨ ਕਰਕੇ। ਪਰ ਇਹ ਜਿਹੜੀਆਂ ਫਲਾਈਟਸ ਆਲਰੇਡੀ ਜਾਣੀ ਕਿ ਚੱਲ ਰਹੀਆਂ ਆ ਭਾਰਤ ਤੋਂ ਜਾਂ ਉੱਥੇ ਨੂੰ ਜਾ ਰਹੀਆਂ ਆ ਅਮਰੀਕਾ ਤੋਂ ਵੀ, ਬਾਕੀ ਸਾਰੇ ਹੋਰ 40 ਦੇਸ਼ਾਂ ਤੋਂ ਪਈ, ਉਹਨਾਂ ਦੇ ਵਿੱਚ ਕੋਈ ਵਿਘਨ ਨਹੀਂ ਹੋਊਗਾ। ਸੋ ਇਸ ਕਰਕੇ ਹਰ ਮਹੀਨੇ ਥੋੜ੍ਹਾ ਜਿਹਾ ਇੱਕ ਭੈਣ ਭਰਾ ਉਸ ਜਦੋਂ ਅਨਾਊਂਸਮੈਂਟ ਹੁੰਦੀ ਉਹਦੇ ਕਰਕੇ ਕਨਫਿਊਜ਼ ਹੋ ਜਾਂਦੇ ਆ। ਤੇ ਦੂਸਰਾ ਇਹ ਏਅਰ ਇੰਡੀਆ ਦੀ ਸਿਚੁਏਸ਼ਨ ਕਰਕੇ ਵੀ ਕਾਫੀ ਕਨਫਿਊਜ਼ਨ ਸੀਗੀ ਵੀ ਇਹ ਕੈਨੇਡਾ ਨੂੰ ਤਾਂ ਨਹੀਂ ਕਿਤੇ ਫਲਾਈਟਸ ਜਿਹੜੀਆਂ ਉਹ ਬੰਦ ਹੋ ਜਾਣਗੀਆਂ। ਸੋ ਇਹ ਗੱਲ ਦਾ ਹੁਣ ਯਕੀਨ ਰੱਖਿਆ ਜਾਣਾ ਚਾਹੀਦਾ ਵੀ ਨਵੀਂ ਟੈਕਨੋਲੋਜੀ ਜਿਹੜੀ ਆ ਰਹੀ ਆ ਉਹਦੇ ਨਾਲ ਪੁਰਾਣੀ ਟੈਕਨੋਲੋਜੀ ਦਾ ਥੋੜ੍ਹਾ ਬਹੁਤਾ ਕੌਨਫਲਿਕਟ ਤਾਂ ਹੋ ਸਕਦਾ, ਵਰਕਆਊਟ ਕੀਤਾ ਜਾ ਸਕਦਾ। ਲੱਗ ਰਿਹਾ ਵੀ ਹੁਣ ਨਾ ਤੇ 5G ਨੂੰ ਰੋਕਿਆ ਜਾ ਸਕਣਾ ਤੇ ਨਾ ਲੌਂਗ ਟਰਮ ਵਾਸਤੇ ਵੀ ਇਹ ਜਿਹੜੀ ਟੈਕਨੀਕਲ ਇੰਟਰਪਸ਼ਨ ਆ ਉਹ ਹੋਰ ਕੰਟਰੀਜ਼ ਦੇ ਵਿੱਚ ਲੰਬਾ ਸਮਾਂ ਦੇਖਣ ਨੂੰ ਮਿਲ ਸਕਦਾ। ਜੌਲ ਸਾਹਿਬ, ਬੜੀ ਅਜੀਬੋ ਗਰੀਬ ਖਬਰ ਜੋ ਸਾਨੂੰ ਸਾਹਮਣੇ ਸੁਣਨ ਨੂੰ ਤੇ ਦੇਖਣ ਨੂੰ ਮਿਲੀ। ਇੱਕ ਔਰਤ ਅਤੇ ਇੱਕ ਮਰਦ were found dead
ਇਨ ਅ ਸਸਪੈਕਟਡ ਡੋਮੈਸਟਿਕ ਇਨਸੀਡੈਂਟ ਵਹੀਕਲ ਦੇ ਵਿੱਚ ਇਹ ਦੋਨੋਂ ਮਰੇ ਹੋਏ ਮਿਲੇ ਐਂਡ ਬਰੈਂਪਟਨ ਦੇ ਵਿੱਚ ਬੋਵੇਡ ਅਤੇ ਕ੍ਰੈਟਵੀ ਦੀ ਏਰੀਆ ਦੇ ਵਿੱਚ ਇੱਕ ਘਰ ਸੀ ਐਂਡ ਕਾਫੀ ਵੱਡੀ ਤਾਦਾਦ ਦੇ ਵਿੱਚ ਇਹ ਚਰਚਾ ਫੈਲੀ ਵੀ ਤੇ ਟੋਰਾਂਟੋ ਪੁਲਿਸ ਇਨਵੈਸਟੀਗੇਸ਼ਨ ਵੀ ਕਰ ਰਹੀ ਕਿ ਕੀ ਸ਼ੂਟਿੰਗ ਹੋਈ ਸੀ ਕਿ ਕੀ ਹੋਇਆ ਸੀ ਬਿਕਾਜ਼ ਹਾਲੇ ਤੱਕ ਬਹੁਤ ਕੁਝ ਸਾਹਮਣੇ ਵੀ ਉੱਥੇ ਬਿਲਡਿੰਗ ਦੇ ਸਾਹਮਣੇ ਵੀ ਮਿਲਿਆ ਜੀ, ਘਰ ਦੇ ਬਾਹਰ ਵੀ ਕੁਝ ਮਿਲਿਆ ਸੀ। ਦੇਖੋ ਅਰਸ਼, ਇਹ ਆਪਾਂ ਕਹਿੰਦੇ ਆ ਵੀ ਨਵਾਂ ਸਾਲ ਆਉਣ ਤੇ ਰੌਣਕਾਂ ਤਾਂ ਬਥੇਰੀਆਂ ਹੁੰਦੀਆਂ ਵੀ ਨਵਾਂ ਸਾਲ ਜੀ, ਹੈਪੀ ਨਿਊ ਈਅਰ ਜੀ, ਖੁਸ਼ੀਆਂ ਤੇ ਸਭ ਕੁਝ, ਪਰ ਫਿਰ ਦੇਖਦੇ ਹਾਂ ਆਪਾਂ ਵੀ ਨਵਾਂ ਸਾਲ ਪੁਰਾਣੇ ਵਾਂਗੂ ਬੀਤਣ ਲੱਗਦਾ। ਜਿੱਦਾਂ ਦੀਆਂ ਘਟਨਾਵਾਂ ਆਲੇ ਦੁਆਲੇ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਘਰਾਂ ਦੇ ਵਿੱਚ ਲੜਾਈਆਂ ਪੁਰਾਣੇ ਸਾਲ 'ਚ ਵੀ ਸੀਗੀਆਂ ਤੇ ਨਵੇਂ 'ਚ ਵੀ ਹੈਗੀਆਂ ਆ, ਤੇ ਨਵੇਂ 'ਚ ਨਵਾਂ ਕੀ ਹੋਇਆ ਹਨਾ। ਨਵਾਂ ਸਾਲ ਤਾਂ ਹੀ ਨਵਾਂ ਆ ਵੀ ਜੇ ਉਹਦੇ ਵਿੱਚ ਕੋਈ ਉਸਾਰੂ ਕੋਈ ਚੰਗਾ ਨਵਾਂ ਕੰਮ ਵੀ ਹੋ ਰਿਹਾ, ਤੇ ਜੇ ਉਹੋ ਹੀ ਰੋਣੇ ਪਿੱਟਣੇ ਪੁਰਾਣੇ ਸਾਲ ਵਾਲੀ ਆ ਤੇ ਕਾਹਦਾ ਆ ਫਿਰ ਨਵਾਂ ਸਾਲ। ਰਾਈਟ। ਸੋ ਇਸ ਕਰਕੇ ਇਹ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਡੋਮੈਸਟਿਕ ਵਾਇਲੈਂਸ ਦੀ ਵੀ ਘਰੇਲੂ ਝਗੜੇ ਦੀ ਕੋਈ ਘਟਨਾ ਲੱਗਦੀ ਆ ਜਿਹੜੀ ਕਿ ਪੁਰਾਣੇ ਸਾਲ 'ਚ ਵੀ ਸ਼ਾਇਦ ਫਿਰ ਹੋਊਗੀ ਵੀ ਹੁਣ ਨਵੇਂ ਸਾਲ ਦੇ 20 ਦਿਨਾਂ 'ਚ ਤਾਂ ਨਹੀਂ ਨਾ ਇੱਕਦਮ ਸਾਰਾ ਕੰਮ ਤਮਾਮ ਕਰ ਲਿਆ ਇਹਨਾਂ ਨੇ। ਹੁਣ ਇਹ ਆਮ ਤੌਰ ਤੇ ਆਪਾਂ ਦੇਖਦੇ ਹਾਂ ਵੀ ਜਦੋਂ ਇਹ ਘਰਾਂ ਦੇ ਵਿੱਚ ਜਾਣੀ ਕਿ ਕਲੇਸ਼ ਹੁੰਦੇ ਆ, ਫਿਰ ਕਈ ਵਾਰੀ ਗੱਲ ਜਿੱਦਾਂ ਦੇ ਕਰਕੇ ਇੱਧਰ ਉੱਧਰ ਅੜੀਆਂ ਦੇ ਕਰਕੇ ਜਾਣੀ ਇੱਥੋਂ ਤੱਕ ਪਹੁੰਚ ਗਈ ਹੁੰਦੀ ਆ ਵੀ ਨਾ ਜੀਣਾ ਤੇ ਨਾ ਜੀਣ ਦੇਣਾ, ਵੀ ਆਪ ਵੀ ਮਰ ਜਾਣਾ ਤੇ ਤੈਨੂੰ ਵੀ ਮਾਰ ਦੇਣਾ। ਇਹ ਪਿੱਛੇ ਜੇ ਹਨਾ ਅਮਰੀਕਾ ਤੋਂ ਇੱਕ ਮੁੰਡੇ ਨੇ ਵੀਡੀਓ ਵੀ ਪਾਈ ਸੀਗੀ ਵੀ ਮੈਂ ਜਦੋਂ ਪਹਿਲੀ ਸੱਦੀ ਉਹ ਭੱਜ ਗਈ। ਹਾਂ, ਟਿਕਟੌਕ ਤੇ ਬੜਾ ਮਸ਼ਹੂਰ ਹੋਇਆ ਹੈ ਰੀਸੈਂਟਲੀ। ਅੱਛਾ, ਤੇ ਫਿਰ ਮੈਂ ਇੱਕ ਹੋਰ 8 ਸਾਲ ਵੇਟ ਕਰਕੇ ਉਹ ਕੈਨੇਡਾ ਤੋਂ ਜਾਣੀ ਫਿਰ ਇੱਦਾਂ ਪਿੱਟ ਕੇ ਗਿਆ ਸੀਗਾ, ਅਮਰੀਕਾ 'ਚ ਰਹਿਣ ਲੱਗ ਗਿਆ। ਉੱਥੇ ਜਦੋਂ ਉਹਨੇ ਫਿਰ 8 ਸਾਲ ਬਾਅਦ ਹੋਰ ਕੀਤਾ ਤੇ ਉਹ ਵੀ ਇੱਦਾਂ ਹੀ ਹੋਇਆ, ਜਾਣੀ ਕਿ ਬਾਅਦ ਦੇ ਵਿੱਚ ਮਤਲਬ ਪਹਿਲਾਂ ਤੇ ਆਪਾਂ ਚਪੜਾਸੀ ਤੇ ਚਪੜਾਸਣ ਆਪੇ ਹੀ ਬਣੇ ਹੁੰਦੇ ਨਾ ਜਿੰਨਾ ਚਿਰ ਵੀਜ਼ਾ ਇਮੀਗ੍ਰੇਸ਼ਨ ਗ੍ਰੀਨ ਕਾਰਡ ਦਾ ਕੰਮ ਮੁੱਕ ਨਹੀਂ ਜਾਂਦਾ। ਫਿਰ ਜਾਣੀ ਕਿ ਜਦੋਂ ਵੀਜ਼ਾ ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਦੇ ਕੰਮ ਮੁੱਕ ਜਾਣ ਫਿਰ ਆਪਾਂ ਨੂੰ ਅਣਖ ਵੀ ਜਾਗ ਪੈਂਦੀ, ਫਿਰ ਆਪਾਂ ਚਪੜਾਸੀ ਨਹੀਂ ਰਹਿੰਦੇ, ਚਪੜਾਸਣ ਨਹੀਂ ਰਹਿੰਦੇ, ਆਪਣੀ ਮਰਜ਼ੀ ਨਾਲ ਹੀ ਜਾਣੀ ਕਿ ਹਨਾ। ਰਾਈਟ। ਭਾਵੇਂ ਕਿ ਜਾਣੀ ਪਹਿਲਾਂ ਵੀ ਸਾਨੂੰ ਕਿਸੇ ਨੇ ਚਪੜਾਸੀ ਜਾਂ ਚਪੜਾਸਣ ਬਣਨ ਨੂੰ ਕਿਹਾ ਨਾ ਹੋਵੇ, ਪਰ ਕਿਉਂਕਿ ਉਦੋਂ ਲੋੜ ਹੁੰਦੀ ਆ, ਜਾਣੀ ਕਿ ਆਪਾਂ ਨੂੰ ਦਿਸਦਾ ਹੁੰਦਾ ਵੀ ਮੈਂ ਏਦਾਂ ਆਲੇ ਦੁਆਲੇ ਚੱਕਰ ਕੱਟ ਕੇ ਜਾਣੀ ਮੇਰਾ ਕੰਮ ਸੌਖਾ ਹੋ ਸਕਦਾ। ਉਹ ਜਿਹੜਾ ਫਿਰ ਇਹ ਆ ਜੀ ਵੀ ਬਾਅਦ ਦੇ ਵਿੱਚ ਵਿਅਕਤੀ ਨੂੰ ਇੱਦਾਂ ਜਦੋਂ ਪਹਿਲਾਂ ਗਿਝਾ ਲਿਆ ਜਾਂਦਾ ਹੱਥਾਂ ਤੇ ਚੁੱਕ ਚੁੱਕ ਕੇ, ਮੁੜ ਕੇ ਜਦੋਂ ਉਹ ਚੀਜ਼ਾਂ ਨਹੀਂ ਲੱਭਦੀਆਂ ਤੇ ਬੰਦਾ ਡਿਸਅਪੁਆਇੰਟ ਮਤਲਬ ਬੰਦਾ ਹੋਵੇ ਜਾਂ ਜੋ ਵੀ ਹੋਵੇ। ਪਰ ਫਿਰ ਇੱਥੋਂ ਤੱਕ ਗੱਲ ਜਾਣੀ ਉਹਨੇ ਪਹੁੰਚੀ ਵੀ ਉਹ ਕੁੜੀ ਨੂੰ ਜਾਣੀ ਕਿ ਮਾਰ ਹੀ ਦਿੱਤਾ ਉੱਥੇ US ਦੇ ਵਿੱਚ, ਤੇ ਫਿਰ ਉਹ ਅਰੈਸਟ ਹੋਇਆ ਹੋਣਾ ਨਾ। ਪਹਿਲੀ ਨੇ ਉਹਨੂੰ ਏਦਾਂ ਕੀਤਾ ਜੀ, ਮੇਰੇ ਨਾਲ ਦੂਜੀ ਨੇ ਵੀ ਏਦਾਂ ਕੀਤਾ, ਹੁਣ ਮੈਂ ਜੀਣਾ ਨਾ ਜੀਣ ਦੇਣਾ। ਸੋ ਇਹ ਜਿਹੜੀਆਂ ਅੜੀਆਂ ਨਾਲ ਮਸਲੇ ਵਿਗੜ ਜਾਂਦੇ ਆ। ਸੋ ਉਦਾਂ ਦੀ ਸਿਚੁਏਸ਼ਨ ਜੇ ਇਹ ਹੈਗੀ ਆ, ਕਿਉਂਕਿ ਹੁਣ ਪੀਲ ਪੁਲਿਸ ਕਹਿੰਦੇ ਵੀ ਅਸੀਂ ਕਿਸੇ ਸਸਪੈਕਟ ਦੀ ਤਾਂ ਤਲਾਸ਼ ਹੈ ਨਹੀਂ ਇਸ ਮਾਮਲੇ ਦੇ ਵਿੱਚ, ਪਈ ਇਹੀ ਹੋ ਸਕਦਾ ਵੀ ਜਾਣੀ ਇੱਕ ਨੇ ਦੂਜੇ ਨੂੰ ਜਾਂ ਦੂਜੀ ਨੂੰ ਮਾਰ ਕੇ ਫਿਰ ਜਾਣੀ ਕਿ ਆਪਣਾ ਆਪ ਵੀ ਉਹਨੇ ਖਤਮ ਕੀਤਾ ਤੇ ਗੱਡੀ ਦੇ ਵਿੱਚ ਹੀ। ਇਹ ਹੁਣ ਬੋਵੇਡ ਤੇ ਕ੍ਰੈਡਿਟ ਵਿਊ ਏਰੀਆ ਦੇ ਵਿੱਚ ਇਹ ਹਾਊਸ ਹੈਗਾ ਜੀ, ਘਰ ਆ ਜਿਹੜਾ, ਤੇ ਸਾਰਾ ਕੁਝ ਬਾਕੀ ਉੱਥੇ ਤੁਹਾਨੂੰ ਪਤਾ ਹੀ ਆ ਫਿਰ ਜਾਂਚ ਪੜਤਾਲ ਤੇ ਚੱਲਦੀ ਰਹਿੰਦੀ ਆ। ਬਾਕੀ ਇਸ ਦੇ ਹਜੇ ਡਿਟੇਲ ਹੋਰ ਆਉਣਗੇ। ਰਾਤ ਨੂੰ 2 ਵਜੇ ਤੋਂ ਬਾਅਦ ਜਾਣੀ ਕਿ ਕਿਤੇ ਘਟਨਾ ਜਿਹੜੀ ਆ ਉੱਥੇ ਹੋਈ ਆ ਤੇ ਬੋਡੀਆਂ ਜਿਹੜੀਆਂ ਦੋਨੋਂ ਜਾਣੀ ਲਾਸ਼ਾਂ ਆ ਪਹਿਲਾਂ ਬੋਡੀ ਜਾਂ ਵੀ ਇਹ ਗੱਡੀ ਦੇ ਵਿੱਚੋਂ ਮਿਲੀਆਂ। ਇਹ ਬੜੀ ਵਾਇਲੈਂਟ ਨਾਈਟ ਕਹਿ ਲਓ ਵੀ ਹਿੰਸਕ ਰਾਤ ਦਾ ਸਮਾਂ ਹੋ ਨਿਬੜਿਆ ਇੱਥੇ GTA ਦੇ ਵਿੱਚ। ਟੋਰਾਂਟੋ ਦੇ ਵਿੱਚ ਵੀ ਹੁਣ ਦੇਖੋ ਵੀ ਤਰੀਕ ਤੇ ਅੱਜ 20 ਆ ਨਾ ਨਵਾਂ ਸਾਲ। ਤੇ ਨਵਾਂ ਸਾਲ ਪਹਿਲਿਆਂ ਸਮਿਆਂ ਦੇ ਵਿੱਚ ਹੁੰਦਾ ਸੀਗਾ ਅਰਸ਼ ਵੀ 31 ਜਨਵਰੀ ਤੱਕ ਵੀ ਨਵਾਂ ਸਾਲ ਜੇ ਹੈਪੀ ਨਿਊ ਈਅਰ ਕਹਿ ਦੋ ਤੇ ਕੋਈ ਐਸੀ ਗੱਲ ਨਹੀਂ ਵੀ ਨਵਾਂ ਸਾਲ ਹੀ ਹੁੰਦਾ। ਹੁਣ ਨਵਾਂ ਸਾਲ ਚੜ੍ਹਦੇ ਸਾਰ ਇਹ ਦੇਖੋ ਵੀ ਮਿਸਿਸਾਗਾ ਦੇ ਵਿੱਚ ਵੀ ਸ਼ੁਰੂਆਤ ਹੋ ਚੁੱਕੀ ਆ ਮਰਡਰਸ ਦੀ। ਬਰੈਂਪਟਨ ਦੇ ਵਿੱਚ ਹੁਣ ਰਾਤੀ ਦੇਖ ਲਓ ਵੀ ਇਹ ਕਤਲ ਗਿਆ। ਉਧਰ ਟੋਰਾਂਟੋ ਦੇ ਵਿੱਚ 7ਵਾਂ ਕਤਲ ਰਾਤੀ ਹੋਇਆ ਜਿਹੜਾ ਜੀ ਵੀ ਇਹ ਈਸਟ ਯਾਰਕ ਦੇ ਵਿੱਚ ਪੇਪ ਤੇ ਕੌਸਬਰਨ ਏਰੀਆ ਦੇ ਵਿੱਚ ਆ ਅਪਾਰਟਮੈਂਟ ਬਿਲਡਿੰਗ, ਉੱਥੇ ਜਾਣੀ ਕਿ ਗੋਲੀਆਂ ਮਾਰ ਕੇ ਨੌਜਵਾਨ ਨੂੰ ਮਾਰਿਆ ਗਿਆ। ਤੇ ਕੁੱਲ ਮਿਲਾ ਕੇ ਹੁਣ ਪੜਤਾਲ ਜਾਂਚ ਤੇ ਪੁਲਿਸਾਂ ਦੀਆਂ ਤੁਹਾਨੂੰ ਪਤਾ ਵੀ ਚੱਲਦੀ ਰਹਿੰਦੀ ਹੈ ਸਾਲੋ ਸਾਲ। ਇਹ 2 ਘਟਨਾਵਾਂ ਬੜੀਆਂ GTA ਦੇ ਵਿੱਚ ਆਪਣੇ ਆਪ 'ਚ ਦਿਲ ਕੰਬਾਊ ਆ ਜੀ। ਜੋਸ ਸਾਹਿਬ ਕਾਫੀ ਵੱਡੀ ਤਾਦਾਦ ਵਿੱਚ ਪਹਿਲਾਂ ਕਾਲ ਲੈ ਲੈਣੇ, ਫਿਰ ਆਪਾਂ ਅਗਲੀ ਖਬਰ ਵੱਲ ਵਧਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਨਾ ਜੋਸ਼ ਸਾਹਿਬ ਜੀ ਨੂੰ ਥੈਂਕ ਯੂ ਵੈਰੀ ਮਚ ਕਹਿਣਾ ਚਾਹੁੰਦੀ ਹਾਂ। ਪਹਿਲਾਂ ਤਾਂ ਖਬਰਾਂ ਬਹੁਤ ਅੱਛੀਆਂ ਸੁਣਾਉਂਦੇ ਆ, ਬਹੁਤ ਅੱਛੀ ਨੌਲੇਜ ਦਿੰਦੇ ਆ। ਦੂਸਰੀ ਜਿਹੜੀ ਗੱਲ ਵਾ, ਜਦੋਂ ਵੀ ਐਮਰਜੈਂਸੀ ਕਿਸੇ ਨੂੰ ਹੈਲਪ ਦੀ ਜ਼ਰੂਰਤ ਹੋਈ ਮੈਂ ਇਹਨਾਂ ਦਾ ਨੰਬਰ ਦਿੱਤਾ, ਇਹਨਾਂ ਨੇ ਰਾਈਟ ਵੇ ਉਹਨਾਂ ਗੱਲਾਂ ਦਾ ਜਵਾਬ ਦਿੱਤਾ। ਉਹਦੇ ਲਈ ਮੈਂ ਥੈਂਕ ਯੂ ਕਹਿੰਦੀ। ਇਹ ਨਹੀਂ ਵੀ ਇਹਨਾਂ ਨੂੰ ਫੋਨ ਕਰੋ ਤੇ ਜਵਾਬ ਨਹੀਂ ਦਿੰਦੇ, ਬਹੁਤ ਅੱਛੀ ਤਰ੍ਹਾਂ ਗੱਲ ਕਰਦੇ ਆ। ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ। ਥੈਂਕ ਯੂ ਜੀ ਮਾਤਾ ਜੀ, ਥੈਂਕ ਯੂ ਸੋ ਮਚ ਜੀ। ਜੀ ਮਿਹਰਬਾਨੀ। ਦੇਖੋ ਫੋਨ ਤਾਂ ਨਾ ਜੀ ਰੈਗੂਲਰਲੀ ਚੱਲਦਾ ਹੀ ਰਹਿੰਦਾ ਭੈਣ ਭਰਾਵਾਂ ਦਾ ਹਨਾ, ਤੇ ਕਈ ਵਾਰੀ ਤਾਂ ਚਲੋ ਫਿਰ ਕਈ ਵਾਰੀ ਬਹੁਤ ਅੱਛਾ ਉਹਨਾਂ ਨੂੰ ਕੋਈ ਵਿਘਨ ਹੁੰਦਾ ਜੇ ਉਹਦੀ। ਦੇਖੋ ਇਹ ਜ਼ਿੰਦਗੀ ਆ ਨਾ, ਇਹ ਜ਼ਿੰਦਗੀ ਹੈਗੀ ਇੱਕ ਸਫ਼ਰ। ਅੱਜ ਆਪਾਂ ਹੈਗੇ ਆ, ਕੱਲ ਨੂੰ ਨਹੀਂ ਹੋਵਾਂਗੇ ਵੀ ਹਨਾ। ਜੀ।
ਪਰ ਜਿਹੜਾ ਇਹ ਆਉਣ ਦਾ ਨਾ ਸਾਡੇ ਹੱਥ ਵਿੱਚ ਆ ਵੀ ਕਿੱਥੇ ਆਉਣਾ, ਜੇ ਆ ਗਏ ਆ ਤੇ ਫਿਰ ਤੇ ਹੋਸ਼ੋ-ਹਵਾਸ ਜਦੋਂ ਸੰਭਾਲ ਰਿਹਾ ਤੇ ਜ਼ਿੰਦਗੀ ਦੇ ਵਿੱਚ ਫਿਰ ਜਿੰਨਾ ਚਿਰ ਜਾਂਦੇ ਨਹੀਂ ਉਹਨਾਂ ਚਿਰ ਸਾਡਾ ਪਰਪਸ ਹੀ ਜ਼ਿੰਦਗੀ ਦਾ ਇਹ ਆ ਕਿ ਅਸੀਂ ਹੋਰ ਮਨੁੱਖਾਂ, ਲੋਕਾਂ, ਲੋੜਵੰਦਾਂ ਦੇ ਕੰਮ ਆਉਣਾ ਆ। ਬਿਲਕੁਲ ਬਿਲਕੁਲ ਜੀ। ਉਹ ਉਹੀ ਵਿਅਕਤੀ ਹੈ ਨਾ, ਫਿਰ ਜੀਵਨ ਸਫਲ ਜੇ ਕਰਨਾ ਤੇ ਇਸ ਰਾਹ ਤੇ ਤੁਰਨਾ ਪਊਗਾ। ਹੁਣ ਸਫਲ ਕਿੰਨਾ ਕੁ ਆ ਇਹ ਤਾਂ ਨਹੀਂ ਪਤਾ, ਪਰ ਜਿੰਨੀ ਕੁ ਵਾਹ ਲੱਗਦੀ ਆ ਅਸੀਂ ਨਾ ਨਹੀਂ ਕਹਿੰਦੇ, ਆਪਣੇ ਵੱਲੋਂ ਅਸੀਂ ਪੂਰਾ ਕੋਸ਼ਿਸ਼ ਹੈ ਜੀ। ਹੁਣ ਜਿਹੜਾ ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਅਰਸ਼ ਆਪਾਂ ਫੋਨ ਦੇ ਵਿੱਚ ਇਨਫੋਰਮੇਸ਼ਨ ਭੇਜਦੇ ਆ, ਉਹ ਕਈ ਵਾਰੀ ਭੈਣ ਭਰਾ ਆਪਣੇ ਬਿਜ਼ੀ ਹੁੰਦੇ, ਕਹਿ ਲਓ ਕਿ ਉਹਨਾਂ ਨੇ ਖੋਲ ਕੇ ਪੜ੍ਹਨਾ ਨਹੀਂ, ਜਦੋਂ ਲੋੜ ਮਹਿਸੂਸ ਹੋਣੀ ਫਿਰ ਉਹਨਾਂ ਨੇ ਕਾਲ ਕਰਨੀ ਪਿਆ ਕੱਲ ਏਦਾਂ ਕਿੱਦਾਂ ਜੀ, ਫਿਰ ਅਸੀਂ ਕਹਿੰਦੇ ਦੋ ਭਾਸ਼ਾਵਾਂ 'ਚ ਤੁਹਾਡੇ ਫੋਨ 'ਚ ਪਈ ਆ, ਪਰ ਫਿਰ ਉਹ ਕਈ ਵਾਰੀ ਅਣਗਹਿਲੀ ਕੀਤੀ ਹੁੰਦੀ। ਇਹ ਨੀਗਾ ਵੀ ਉਹਨਾਂ ਕੋਲ ਪੜ੍ਹਨ ਨੂੰ ਸਮਾਂ ਨਹੀਂ ਸੀਗਾ, ਪਰ ਜਾਣ ਕੇ ਜਾਣੀ ਇਗਨੋਰ ਕੀਤਾ ਹੁੰਦਾ। ਉਹ ਉਸ ਵੇਲੇ ਤਾਂ ਮਨ ਦੇ ਵਿੱਚ ਫਿਰ ਥੋੜਾ ਜਿਹਾ ਕਈ ਵਾਰੀ ਤਾੜਨਾ ਕਰਨ ਨੂੰ ਵੀ ਦਿਲ ਕਰਦਾ, ਪਰ ਅਦਰਵਾਈਜ਼ ਜੇ ਕੋਈ ਭੈਣ ਭਰਾ ਰੀਅਲ ਇਸ਼ੂ ਉਹਨਾਂ ਦਾ ਕੋਈ ਪ੍ਰੋਬਲਮ ਹੈਗੀ ਆ ਬਿਯੋਂਡ ਦਿਨਾਂ ਦੇ ਕੰਟਰੋਲ ਤੋਂ, ਜਿੰਨਾ ਕੁ ਸਾਡੇ ਕੋਲੋਂ ਜਾਣੀ ਹੋਪ ਹੁੰਦਾ ਆਪਾਂ ਜ਼ਰੂਰ ਕਰਦੇ ਹਾਂ। ਸੋ ਮੈਂ ਸਮਝਦਾ ਜੀ ਵੀ ਜਿਹੜੇ ਭੈਣ ਭਰਾਵਾਂ ਨੂੰ ਏਦਾਂ ਲੱਗਦਾ ਹੀ ਆ ਨਾ ਉਹਨਾਂ ਦੇ ਮਨ ਦੇ ਵਿੱਚ ਕਿ ਵੀ ਅਸੀਂ ਉਹਨਾਂ ਦੀ ਕੋਈ ਸਹਾਇਤਾ ਕਰ ਸਕਦੇ ਹਾਂ, ਕੋਈ ਫੋਨ ਕਾਲ ਉਹਨਾਂ ਲਈ ਹੈਲਪਫੁਲ ਹੋ ਸਕਦੀ ਹੈ, ਸਾਡੇ ਵਾਸਤੇ ਹੀ ਬੜੀ ਮਾਣ ਵਾਲੀ ਗੱਲ ਹੀ ਹੈ। ਕੋਈ ਵਿਅਕਤੀ ਸਾਡੇ ਵੱਲ ਦੇਖੇ ਵੀ ਇਹਨਾਂ ਦੀ ਕਹੀ ਹੋਈ ਗੱਲ ਨਾਲ ਸਾਡਾ ਮਸਲਾ ਹੱਲ ਹੋ ਜਾਏਗਾ, ਤੇ ਮੈਂ ਤੇ ਸਮਝਦਾ ਵੀ ਸਾਡਾ ਜੀਵਨ ਸਫਲ ਹੀ ਇਸ ਤਰੀਕੇ ਨਾਲ। ਬਿਲਕੁਲ ਡਾਕਟਰ, ਥੈਂਕ ਯੂ ਸੋ ਮਚ ਜੀ। ਨੈਕਸਟ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਚਾਲਾ ਜੀ ਬਾਈ ਸਤਪਾਲ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ, ਹੈਪੀ ਨਿਊ ਈਅਰ ਤੁਹਾਨੂੰ ਜੀ। ਜੀ ਤੁਹਾਨੂੰ ਵੀ ਜੀ। ਖਬਰਾਂ ਪੜ੍ਹਦੇ ਹੋ ਥੋੜਾ ਏਅਰ ਦਾ ਜਿਹੜਾ ਟਾਈਮ ਆ ਬਹੁਤ ਕੀਮਤੀ ਹੈ। ਹਾਈ ਓਨਲੀ ਫੋਨ ਕੀਤਾ ਜੀ, ਸਤਪਾਲ ਗੁਰਜਾਲ ਨੂੰ ਕਹੋ ਵੀ ਹਰੇ ਪੈਨ ਨਾਲ ਲਾ ਲੈਣ ਪਲੀਜ਼। ਹਾਂਜੀ ਥੈਂਕ ਯੂ ਸੋ ਥੈਂਕ ਯੂ ਜੀ, ਧੰਨਵਾਦੀ ਹਾਂ ਜੀ। ਕਾਲਾ ਕੰਮ ਯਾਰ ਬਾਈ ਜੀ। ਆਲਰਾਈਟ ਜੋਲ ਸਾਹਿਬ, ਜਿੱਦਾਂ ਮੈਂ ਗੱਲ ਕਰ ਰਿਹਾ ਸੀ ਕਿ ਕਾਫੀ ਵੱਡੀ ਤਾਦਾਦ ਦੇ ਵਿੱਚ ਜਿੱਥੇ ਕੋਵਿਡ ਜਾਂ ਓਮਿਕਰੋਨ ਜਿੱਥੇ ਫੈਲ ਰਿਹਾ ਜੀ, ਉਹਦੇ ਸੰਦਰਭ ਦੇ ਵਿੱਚ ਸ਼ੋਰਟੇਜਸ ਆਫ ਸਟਾਫ ਕਾਫੀ ਇੰਪੈਕਟ ਕੀਤਾ ਜੀ। 911 ਰਿਸਪੌਂਸ ਦੇ ਵਿੱਚ ਅਰਾਊਂਡ 40% ਇਨ ਐਮਰਜੈਂਸੀ ਕਾਲਸ ਟੋਰਾਂਟੋ ਦੇ ਵਿੱਚ ਆਈਆਂ, ਤੇ ਕਾਫੀ ਹੋਲਡ ਓਵਰ ਮੀਨ ਉਹਨਾਂ ਨੂੰ ਹੋਲਡ ਕਰਨਾ ਪਿਆ ਕਾਫੀ ਟਾਈਮ ਫॉर ਪੁਲਿਸ ਆਫਿਸਰ ਜਾਂ ਫਾਇਰ ਡਿਪਾਰਟਮੈਂਟ ਨੂੰ ਰੀਚ ਕਰਨ ਲਈ। ਦੇਖੋ ਜੀ ਵੀ ਲਾਈਫ ਸੇਵਿੰਗ ਮੂਵਮੈਂਟ ਦੇ ਵਿੱਚ ਜਿਹੜਾ ਇਹ 911 ਹੀ ਇੱਕ ਰਿਸੋਰਸ ਹੁੰਦਾ ਮੁਸੀਬਤ ਦੇ ਵਿੱਚ ਫਸੇ ਭੈਣ ਭਰਾਵਾਂ ਦੇ ਕੋਲ, ਵੀ ਉਹਨਾਂ ਨੇ ਉਹ ਕਾਲ ਕਰਨੀ ਹੁੰਦੀ ਆ। ਤੇ ਬੜੀ ਵਿਸ਼ੇਸ਼ਤਾ ਇਹਨਾਂ ਐਡਵਾਂਸਡ ਵਿਕਸਿਤ ਦੇਸ਼ਾਂ ਦੀ ਹੈਗੀ ਆ ਵੀ ਐਮਰਜੈਂਸੀ ਦੇ ਵਿੱਚ ਸਹਾਇਤਾ ਜੇ ਸੈਕਿੰਡਸ ਨਹੀਂ ਤੇ ਮਿੰਟਾਂ ਦੇ ਵਿੱਚ ਪਹੁੰਚਿਆ ਜਾਂਦਾ ਹੈ ਨਾ। ਜੀ 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 ਜੀ। ਪਰ ਹੁਣ ਇਹ ਦੇਖੋ ਵੀ ਇੱਕ ਤਾਂ ਇਹ ਕੋਵਿਡ ਹੈ ਜਾਂ ਕਹਿ ਲਓ ਕਿ ਸਟਾਫ ਦੀ ਸ਼ਾਰਟੇਜ ਹੈ, ਸਟਾਫ ਦੀ ਸ਼ਾਰਟੇਜ ਤੇ ਹੁਣ ਪਹਿਲਾਂ ਹੀ ਜਿਹੜੀ ਪਾਪੂਲੇਸ਼ਨ ਇੰਨਾ ਵਧੀ ਹੋਈ ਹੈ, ਰਿਸੋਰਸਿਸ ਨੂੰ ਉਹਨਾਂ ਸਟਰੋਂਗ ਨਹੀਂ ਕੀਤਾ। ਇਹ ਗਵਰਨਮੈਂਟਸ ਦੀ ਵੀ ਗਲਤੀਆਂ ਤੇ ਹੈਗੀਆਂ ਹੀ ਆ, ਪਰ ਵੀ ਹੁਣ ਇਹ ਕੋਵਿਡ ਕਰਕੇ ਜਾਣੀ ਵੀ ਜਿਹੜੀਆਂ ਸਿੱਖ ਕਾਲਸ ਹੋ ਰਹੀਆਂ ਉਹਦੇ ਨਾਲ ਜਿਹੜਾ ਪ੍ਰੈਸ਼ਰ ਆ ਇਹ ਸਰਵਿਸਿਸ ਤੇ ਹੋਰ ਵੀ ਜ਼ਿਆਦਾ ਆ। ਇਹਦੇ ਨਾਲ ਹੀ ਵੀ ਜਾਣੀ 911 ਜਿਹੜਾ ਇਹ ਇਗਨੋਰੈਂਟ ਲੋਕਾਂ ਦੇ ਵੱਲੋਂ ਅਬਿਊਜ਼ ਕੀਤਾ ਜਾਂਦਾ, ਵੀ ਐਵੇਂ ਕੋਈ ਸੜੀ ਜਿਹੀ ਗੱਲ ਹੈ ਕਿ 911 ਫੋਨ ਕਰ ਦੇਣਾ ਜਦੋਂ ਕਿ ਕੋਈ ਇਹੋ ਜਿਹਾ ਖਤਰਾ ਹੀ ਨਹੀਂ ਹੈ ਲਾਈਫ ਨੂੰ, ਜਾਂ ਫਿਰ ਕ੍ਰਾਈਮ ਜਿਹੜਾ ਇਨ ਪ੍ਰੋਗਰੈਸ ਨਹੀਂ ਹੈਗਾ। ਉੱਦਾਂ ਹੀ ਫਿਰ ਉਹ ਜਿਹੜੀ ਇੱਕ ਮਤਲਬ ਅਬਿਊਜ਼ ਹੈ ਨਾ ਇਸ ਨੰਬਰ ਦਾ, ਉਹ ਵੀ ਇਹਦੇ ਵਿੱਚ ਕੰਟਰੀਬਿਊਟ ਕਰਦਾ ਵੀ ਜਿਹੜੇ ਮੁਸੀਬਤ ਵਿੱਚ ਫਸੇ ਲੋਕ ਆ ਉਹਨਾਂ ਨੂੰ ਸਮੇਂ ਤੇ ਸਹਾਇਤਾ ਨਹੀਂ ਮਿਲ ਪਾਉਂਦੀ। ਹੁਣ ਦੇਖੋ ਜੀ ਵੀ ਸਾਡੇ ਇੱਥੇ ਪ੍ਰੋਵਿੰਸ ਓਨਟਾਰੀਓ ਦੇ ਵਿੱਚ ਇਹ ਗਾਈਡਲਾਈਨਸ ਵੀ ਆ ਅਰਸ਼ ਵੀ 8.5 ਮਿੰਟਾਂ ਦੇ ਵਿੱਚ ਜਿਹੜੀ ਸਪੋਰਟ ਆ ਰਿਸਪੌਂਸ ਆ ਨਾ 911 ਦਾ ਮਿਲ ਜਾਣਾ ਚਾਹੀਦਾ ਵਿਕਟਮ ਨੂੰ, ਕਾਲ ਕਰ ਰਹੇ ਨੇ। ਪਰ ਹੁਣ ਇਹਨਾਂ ਦਿਨਾਂ ਦੇ ਵਿੱਚ ਪਤਾ ਲੱਗ ਰਿਹਾ ਜੀ ਫਿਰ ਵੀ ਇਹ 90% ਤੱਕ ਜਿਹੜੀਆਂ ਕਾਲਸ ਆਉਂਦੀਆਂ ਉਹਨਾਂ ਦੇ ਵਿੱਚ ਤਕਰੀਬਨ 12 ਮਿੰਟ ਦੇ ਆਸ-ਪਾਸ ਜਿਹੜਾ ਰਿਸਪੌਂਸ ਟਾਈਮ ਹੈਗਾ ਇਹਨੂੰ ਥੋੜਾ ਜਿਹਾ ਜ਼ਿਆਦਾ ਵੀ ਸਮਝਿਆ ਜਾਂਦਾ। ਤੇ ਇਹਦੇ ਨਾਲ ਹੀ ਜਾਣੀ ਮੁਸੀਬਤ ਵਿੱਚ ਜਿਹੜਾ ਹੁਣ ਭੈਣ ਭਰਾ ਫਸੇ ਆ ਉਹਨੇ ਜੇ ਕਾਲ ਕੀਤੀ ਆ ਤੇ ਇਹ ਨੀਗਾ ਵੀ ਉਹਨੂੰ ਹੋਲਡ ਕਰਾ ਕੇ ਮਤਲਬ ਵੇਟ ਕਰਨਾ ਪਵੇ, ਹੈ ਨਾ। ਹਰ ਇੱਕ ਸੈਕਿੰਡ ਉਹਦੇ ਵਾਸਤੇ ਕੀਮਤੀ ਆ। ਇਹ ਤਾਂ ਹੁਣ ਸਿਸਟਮ ਵੀ ਸਮਝਦੇ ਨੇ ਵੀ ਹਰ ਇੱਕ ਸੈਕਿੰਡ ਕੀਮਤੀ ਆ, ਪਰ ਲੱਗ ਰਿਹਾ ਵੀ ਹਾਲ ਦੀ ਘੜੀ ਵਾਹ ਉਹਨਾਂ ਦੀ ਚੱਲ ਨਹੀਂ ਰਹੀ ਸਟਾਫ ਦੀ ਘਾਟ ਕਰਕੇ ਵੀ ਕਹਿ ਲਓ, ਤੇ ਜਾਂ ਜਿਹੜੀਆਂ ਵੋਲਿਊਮ ਆਫ ਕਾਲਸ ਆ ਹੈ ਨਾ, ਤੇ ਲੱਖਾਂ ਦੀ ਤਾਦਾਦ ਦੇ ਵਿੱਚ ਟੋਰਾਂਟੋ ਸਿਟੀ ਵਰਗਾ ਤੁਹਾਨੂੰ ਪਤਾ ਵੀ ਏਡਾ ਵੱਡਾ ਸ਼ਹਿਰ ਹੈ, 3.5 ਲੱਖ ਕਾਲਸ ਉਹਨਾਂ ਨੂੰ ਪਰ ਡੇ ਜਾਣੀ ਕਿ ਡੀਲ ਕਰਨੀਆਂ ਪੈਂਦੀਆਂ ਹੈ ਨਾ। ਸੋ ਇਸ ਕਰਕੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਹ ਇੱਕ ਵੱਡਾ ਆਪਰੇਸ਼ਨ ਹੈ, ਪਰ ਇਸ ਦੇ ਵਿੱਚ ਜਿਹੜਾ ਜੀ ਅਬਿਊਜ਼ ਕਰਨ ਤੋਂ ਜਿਹੜਾ ਜੀ ਵੀ ਜ਼ਰੂਰ ਸਾਵਧਾਨ ਰਹਿਣਾ ਚਾਹੀਦਾ ਵੀ ਐਵੇਂ ਹਰ ਗੱਲ ਤੇ 911 ਨੂੰ ਘੁਮਾ ਕੇ ਨਾ ਅਸੀਂ ਬਹਿ ਜਾਈਏ, ਦੇਖ ਲਈਏ ਵੀ ਸਾਨੂੰ ਕਿਹੜੀ ਤਰ੍ਹਾਂ ਦੀ ਹੈਲਪ ਤੇ ਸਰਵਿਸਿਜ਼ ਦੀ ਲੋੜ ਹੈ। ਉਸ ਲਿਹਾਜ਼ ਨਾਲ ਟੈਲੀਫੋਨ ਨੰਬਰ ਵੱਖਰੇ ਵੱਖਰੇ ਆ, ਪਰ ਲੋਕਾਂ ਨੂੰ ਆਮ ਤੌਰ ਤੇ 911 ਨਹੀਂ ਯਾਦ ਹੁੰਦਾ, ਜਿਸ ਕਰਕੇ ਉੱਥੇ ਟਾਈਮ ਵੇਸਟ ਕੀਤਾ ਜਾਂਦਾ। ਸੋ ਇਹ ਕਾਫੀ ਚਰਚਾ ਦੇ ਵਿੱਚ ਆ ਵੀ ਟੋਰਾਂਟੋ ਦੇ ਵਿੱਚ ਜਿਹੜਾ ਇਹ 911 ਦਾ ਰਿਸਪੌਂਸ ਟਾਈਮ ਹੈ ਵਧਿਆ ਹੋਇਆ ਜੀ। ਆਓ ਫਿਰ ਜੌਲ ਸਾਹਿਬ ਉਸ ਘੜੀ ਦਾ ਸਾਨੂੰ ਇੰਤਜ਼ਾਰ ਹੈ ਜੀ। ਪ੍ਰੀਮੀਅਰ ਓਨਟਾਰੀਓ ਦੇ ਡਗ ਫੋਰਡ ਜੀ ਐਕਸਪੈਕਟ ਕਰ ਰਹੇ ਨੇ ਕਾਫੀ ਅਨਾਊਂਸਮੈਂਟਸ ਕਰਨ ਲਈ, ਰੀਓਪਨਿੰਗ ਫॉर ਨਾਨ ਐਸੈਂਸ਼ੀਅਲ ਬਿਜ਼ਨਸਿਸ ਇਨ ਦ ਪ੍ਰੋਵਿੰਸਿਸ। ਕੋਈ ਹਿੰਟ ਸਾਨੂੰ ਮਿਲ ਰਹੇ ਨੇ ਕਿ ਸ਼ਾਇਦ ਡਾਈਨ ਇਨ ਖੋਲ ਦੇਣਗੇ 50% ਤੇ, ਪਰੰਤੂ ਜਿੰਨਾ ਚਿਰ ਉਹਨਾਂ ਦੇ ਜ਼ੁਬਾਨੀ ਕੁਛ ਨਿਕਲ ਨਹੀਂ ਜਾਂਦਾ ਆਪਾਂ ਕੁਛ ਕਹਿ ਨਹੀਂ ਸਕਦੇ। ਸੋ
ਅੱਜ ਦੇਖੋ ਜੀ ਕਾਫੀਆਂ ਉਮੀਦਾਂ ਟਿਕੀਆਂ ਹੋਈਆਂ ਨੇ ਜੀ ਸਮਾਲ ਬਿਜ਼ਨੈਸਿਸ ਦੇ ਉੱਤੇ। ਹਾਂਜੀ ਅਰਸ਼ਿਕ, ਤਾਂ ਇਹ ਜਿਹੜਾ ਹੁਣ ਕਰੋਨਾ ਵਾਇਰਸ ਆ ਇਹ ਸਾਡੇ ਦੇਸ਼ ਕੈਨੇਡਾ ਦੇ ਵਿੱਚ 32,000 ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਲੈ ਚੁੱਕਾ। ਪਿਛਲੇ ਦੇਖ ਲਓ ਵੀ ਮਾਰਚ ਤੋਂ 2020 ਤੋਂ ਇਹ ਸ਼ੁਰੂ ਹੋਇਆ ਤੇ ਹੁਣ ਅਗਲੀ ਮਾਰਚ ਆਉਣ ਵਾਲੀ ਆ 2 ਸਾਲ। ਸੋ 32,000 ਲੋਕਾਂ ਨੂੰ ਨਹੀਂ ਬਚਾਇਆ ਜਾ ਸਕਿਆ। ਅਜੇ ਵੀ ਵੱਡੀ ਤਾਦਾਦ ਦੇ ਵਿੱਚ ਲੋਕ ਹੌਸਪੀਟਲ ਦੇ ਵਿੱਚ ਨੇ। ਕੁੱਲ ਮਿਲਾ ਕੇ ਓਮੀਕਰੋਨ ਦਾ ਪ੍ਰਭਾਵ ਹੈ, ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਦੱਸਿਆ ਸੀ ਕਿ ਸਾਡੇ ਦੇਸ਼ ਦੇ ਵਿੱਚ ਹੁਣ ਹੌਲੀ ਜਿਹੜਾ ਇਹ ਘਟਣਾ ਐਸਾ ਦਿਸ ਰਿਹਾ ਵੀ ਕੇਸਿਸ ਦੇ ਹਿਸਾਬ ਨਾਲ, ਜਾਂ ਵੀ ਜਿੰਨਾ ਪੋਜ਼ੀਟਿਵ ਲੋਕ ਆ ਰਹੇ ਨੇ ਵੀ ਉਹ ਆਪੇ ਬਾਅਦ ਦੇ ਵਿੱਚ ਠੀਕ ਵੀ ਹੋ ਰਹੇ ਨੇ, ਉਸ ਕਰਕੇ ਮੌਤ ਦਾ ਖਤਰਾ ਘਟਿਆ ਹੋਇਆ। ਪਰ ਜਿਹੜੇ ਲੋਕ ਪਿੱਛੇ ਪੋਜ਼ੀਟਿਵ ਹੋਏ ਉਹਨਾਂ ਦੇ ਕਰਕੇ ਅਸੀਂ ਹੁਣੇ ਭੈਣ ਭਰਾਵਾਂ ਨੂੰ ਦੱਸ ਦਈਏ ਵੀ ਅੱਜ ਜਿਹੜਾ ਮੌਤ ਦਾ ਤਾਂਡਵ ਹੈ ਨਾ ਪਿਛਲੇ 24 ਘੰਟਿਆਂ 'ਚ ਓਨਟਾਰੀਓ 'ਚ ਕਾਫੀ ਜ਼ਬਰਦਸਤ ਚੱਲਿਆ ਲੱਗਦਾ। ਸੋ 75 ਜਿਹੜੀਆਂ ਨਵੀਆਂ ਮੌਤਾਂ ਦੀ ਖਬਰ ਆਉਣ ਵਾਲੀ ਆ ਇਹ ਓਨਟਾਰੀਓ ਤੋਂ ਲੱਗ ਰਿਹਾ ਇੱਦਾਂ ਜੀ। ਇੱਦਾਂ ਕਰਕੇ ਅੱਜ ਵੀ ਹੌਸਪੀਟਲ ਦੇ ਵਿੱਚ ਐਡਮਿਸ਼ਨਸ ਅਤੇ ICUs ਦੇ ਵਿੱਚ ਉਹ ਵੀ ਪੀਕ 'ਤੇ ਤਾਂ ਹੈਗੀਆਂ, ਪਰ ਨਵੇਂ ਕੇਸਿਸ ਜਿਹੜੇ ਆ ਹੁਣ ਲੱਗ ਰਿਹਾ ਵੀ ਉਹ ਡਾਊਨਫਾਲ ਉਹਨਾਂ ਦਾ ਸ਼ੁਰੂ ਹੋ ਚੁੱਕਾ, ਜਿਸ ਕਰਕੇ ਵੀ ਉੱਧਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰੀਓਪਨਿੰਗ ਸ਼ੁਰੂ ਹੋ ਚੁੱਕੀ ਆ। ਹੋਰ ਕਈ ਸਾਰੇ ਇਲਾਕਿਆਂ ਦੇ ਵਿੱਚ ਐਸੀਆਂ ਗੱਲਾਂ ਚੱਲ ਪਈਆਂ ਨੇ ਕਿ ਸਾਨੂੰ ਰੀਓਪਨਿੰਗ ਨੂੰ ਹੌਲੀ ਹੁਣ ਜਿਹੜਾ ਜੀ ਫੇਜ਼ਸ ਦੇ ਵਿੱਚ ਜਾਣਾ ਚਾਹੀਦਾ। ਇਸੇ ਕਰਕੇ ਹੁਣ ਤੋਂ 2 ਘੰਟਿਆਂ ਬਾਅਦ ਲੱਗ ਰਿਹਾ ਵੀ ਓਨਟਾਰੀਓ ਦੇ ਪ੍ਰੀਮੀਅਰ ਜਿਹੜੇ ਡਗ ਫੋਰਡ ਆ ਵੀ ਉਹ ਵੀ ਅਨਾਊਂਸਮੈਂਟ ਕਰ ਦੇਣਗੇ ਕਿ ਓਨਟਾਰੀਓ ਦੇ ਵਿੱਚ 31 ਜਨਵਰੀ ਤੋਂ ਜਿਹੜਾ ਇਹ 5 ਜਨਵਰੀ ਨੂੰ ਜਾਣੀ ਕਿ ਸਗਾ ਸ਼ੁਰੂ ਹੋਇਆ। ਇੱਕ ਵਾਰ ਫਿਰ ਜਿੱਦਾਂ ਆਪਾਂ ਕਹਿੰਦੇ ਹੁੰਦੇ ਵੀ ਇੱਕ ਕਦਮ ਅੱਗੇ ਇੱਕ ਕਦਮ ਪਿੱਛੇ ਕੋਈ ਇਹ ਡਾਂਸ ਹੀ ਹੁੰਦਾ ਲੱਗ ਰਿਹਾ 2 ਸਾਲ ਤੋਂ, ਕਦੀ ਖੋਲ ਲਈਏ ਬੰਦ ਕਰ ਲਈਏ ਲੋਕਡਾਊਨ ਵਗੈਰਾ। ਉਹਦੇ ਤੋਂ ਲੱਗ ਰਿਹਾ ਜੀ ਇੱਕ ਵਾਰ ਫਿਰ ਜਿਹੜਾ ਹੁਣ ਰਾਹਤ, ਜਿਸ ਤਰ੍ਹਾਂ ਤੁਸੀਂ ਕਿਹਾ ਜੀ ਕਿ ਨਾਨ ਅਸੈਂਸ਼ੀਅਲ ਬਿਜ਼ਨਸਿਸ ਨੂੰ ਜਿਹੜਾ ਜੀ ਉਹ ਮਿਲਣ ਦੇ ਲਈ ਰਾਹ ਖੁੱਲ੍ਹਦਾ ਜਾ ਰਿਹਾ। ਉਸ ਤੋਂ ਲੱਗ ਇਹ ਰਿਹਾ ਜੀ ਜਿਹੜੇ ਰੈਸਟੋਰੈਂਟਸ ਹੋਣਗੇ, ਬਾਰਸ ਹੋਣਗੇ, ਜਿਮਸ ਹੋਣਗੇ ਜਾਂ ਸਿਨੇਮਾਜ਼ ਹੋਣਗੇ, ਸੋ ਬਾਕੀ ਇਸ ਤਰ੍ਹਾਂ ਦੇ ਜਿੰਨੇ ਵੀ ਨਾਨ ਅਸੈਂਸ਼ੀਅਲ ਬਿਜ਼ਨਸਿਸ ਤੇ ਸ਼ਾਇਦ ਕੰਜਰਖਾਨੇ ਹਜੇ ਛੱਡ ਕੇ ਤੇ ਵੀ ਉਹਨਾਂ ਨੂੰ ਜਿਹੜਾ ਜੀ ਰਿਲੀਫ ਇਸ ਤੋਂ ਮਿਲ ਸਕਦਾ। ਉਹਨੇ ਕੰਜਰਖਾਨੇ ਦੇ ਸਿਲਸਿਲੇ 'ਚ ਗੱਲ ਬੜੀ ਸਿੱਧੀ ਹੈ ਨਾ ਵੀ ਜਾਂ ਸਾਨੂੰ ਦੱਸ ਦਿੱਤਾ ਜਾਵੇ ਵੀ ਉਹ ਜਿਹੜੀਆਂ ਚੀਜ਼ਾਂ ਜੇ ਕੰਜਰਖਾਨਾ ਨਹੀਂ ਤੇ ਕੰਜਰਖਾਨਾ ਕੀ ਹੁੰਦਾ। ਸੋ ਉਸ ਲਿਹਾਜ਼ ਨਾਲ ਇਹ ਹੈ ਜੀ ਵੀ ਬਾਕੀ ਜਿਹੜਾ ਜੀ ਵੀ ਇਹ ਇੱਕ ਤਰੀਕੇ ਨਾਲ 50% ਕੈਪੈਸਿਟੀ ਦੇ ਨਾਲ ਜਿਹੜੇ ਆ ਜੀ ਬਿਜ਼ਨਸ ਦੁਬਾਰਾ ਰੀਓਪਨ ਹੋ ਸਕਦੇ ਆ ਜੀ 31 ਜਨਵਰੀ ਤੋਂ। ਪਰ ਫਰਵਰੀ ਦੇ ਵਿੱਚ ਫੇਜ਼ਸ ਦੇ ਵਿੱਚ ਲੱਗ ਰਿਹਾ ਜੀ ਵੀ ਇਹ ਜੇ ਇਸੇ ਤਰੀਕੇ ਨਾਲ ਸਟੇਬਲ ਰਹੀ ਸਿਚੁਏਸ਼ਨ ਤੇ ਮਾਰਚ ਤੋਂ ਆਪਾਂ ਐਕਸਪੈਕਟ ਕਰ ਸਕਦੇ ਹਾਂ ਵੀ ਨੋਰਮੈਲਿਟੀ ਜਿਹੜੀ ਆ ਜੀ ਵੀ ਇਹ ਵਾਪਸ ਆ ਜਾਏਗੀ ਤੇ ਅਸੀਂ ਲਾਈਫ ਜਿਹੜੀ ਆ ਆਮ ਵਾਂਗ ਸ਼ੁਰੂ ਕਰਨ ਦੀ ਸੰਭਾਵਨਾ ਰੱਖਦੇ ਹਾਂ ਮਾਰਚ ਤੋਂ। ਆਲਰਾਈਟ, ਅਗਰ ਤੁਸੀਂ ਕੋਈ ਵੀ ਗੱਲਬਾਤ ਜੌਲ ਸਾਹਿਬ ਨਾਲ ਕਰਨਾ ਚਾਹੁੰਦੇ ਹੋ, ਭਾਵ ਕੋਈ ਵੀ ਕਮਿਊਨਿਟੀ ਇਨਫੋਰਮੇਸ਼ਨ ਜਿੱਦਾਂ ਮਾਤਾ ਜੀ ਆਏ, ਕੋਈ ਵੀ ਤੁਹਾਨੂੰ ਪ੍ਰੋਬਲਮ ਫੇਸ ਹੋ ਰਹੀ ਹੈ, ਜੈਨੂਇਨ ਪ੍ਰੋਬਲਮ, ਤਾਂ ਤੁਸੀਂ ਜੌਲ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਕੋਈ ਵੀ ਕਮਿਊਨਿਟੀ ਇਨਫੋਰਮੇਸ਼ਨ ਇਹਨਾਂ ਦੇ WhatsApp ਗਰੁੱਪ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। WhatsApp ਗਰੁੱਪ ਦੇ ਵਿੱਚ ਕਾਲ ਕਰਨ ਵਾਸਤੇ 416-895-3784 416-895-3784 ਤੇ ਤੁਸੀਂ ਜੌਲ ਸਾਹਿਬ ਦੇ ਨਾਲ ਗੱਲਬਾਤ ਕਰ ਸਕਦੇ ਹੋ। ਜੌਲ ਸਾਹਿਬ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। Thank you, yes, thank you so much, Jol Sahab. ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।